बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक इंतहाई अफसोसनाक वाक़या कि एक समझो कि दिलचस्प वाक़या कि जिस तरह सलमान खान की फिल्म दबंग है ना, ਉਹਦੇ ਵਿੱਚ सलमान खान एक थानेदार ਦਾ किरदार अदा करदा ते ਉਹ ਕਿਸੇ ਮੁਲਜ਼ਮ ਪਕੜਨ ਜਾਂਦਾ ਤੇ ਉਹ ਮੁਲਜ਼ਮ ਜਿਹੜਾ ਜਿਹਦੇ ਘਰ ਛੁਪਿਆ ਹੁੰਦਾ ਉੱਥੇ एक लड़की ਉਹਦੇ ਸਾਹਮਣੇ ਆਂਦੀ ਆ ਔਰ ਉਸ ਲੜਕੀ ਨੂੰ ਵੇਖ ਕੇ सलमान खान ਉਹਨੂੰ ਵੇਖ ਕੇ ਤੇ ਆਪਣਾ ਦਿਲ ਉਹਨੂੰ ਦੇ ਦਿੰਦਾ ਤੇ ਇਸੇ ਤਰ੍ਹਾਂ ਦਾ ਇਹ ਫਿਲਮੀ ਸੀਨ ਵਰਗਾ ਇੱਕ ਇਹ ਵਾਕਿਆ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਇਹ ਬਹਾਵਲਪੁਰ ਦਾ ਸ਼ਹਿਰ ਆ, ਮੁਸ਼ਤਾਕ ਕਲੋਨੀ ਆ, ਉੱਥੇ ਦਾ ਇਹ ਵਾਕਿਆ। ਉੱਥੇ ਦਾ ਇੱਕ ਸਰਬਰਾਹ ਜਿਹੜਾ ਫੈਮਿਲੀ ਦਾ ਉਹ ਫੌਤ ਹੋ ਗਿਆ ਹੁੰਦਾ। ਉੱਥੇ ਹੁਣ ਫੈਮਿਲੀ ਦੀ ਸਰਬਰਾਹ ਇੱਕ ਔਰਤ ਆ, ਉਹਦਾ ਨਾਮ ਹੈ ਸ਼ਗुफ्ता उस्मान। शगुफ्ता उस्मान ਦੀ ਇੱਕ ਹੀ ਬੇਟੀ ਸੀ ਇਕਲੌਤੀ, ਉਹਦਾ ਨਾਮ ਸੀ ਇਕਰਾ। ਇਕਰਾ ਨੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। ਉਸ ਤੋਂ ਬਾਅਦ ਉਹ ਨੌਕਰੀ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਫਿਰਦੀ ਰਹੀ। ਕਾਫੀ ਉਹਨੇ ਸੀਵੀਆਂ ਜਮ੍ਹਾਂ ਕਰਾਈਆਂ ਲੇਕਿਨ ਉਹਨੂੰ ਹਜੇ ਕੋਈ ਨੌਕਰੀ ਨਹੀਂ ਸੀ ਮਿਲ ਰਹੀ। ਉਹਨਾਂ ਦੇ ਘਰ ਦਾ ਖਰਚਾ ਸਿਰਫ ਇੱਕ ਉਹਨਾਂ ਦੀ ਦੁਕਾਨ ਸੀ, ਉਹਨਾਂ ਨੇ ਉਹ ਕਿਰਾਏ ਤੇ ਦਿੱਤੀ ਹੋਈ ਸੀ ਔਰ ਉਸ ਦੁਕਾਨ ਦਾ ਜਿਹੜਾ ਕਿਰਾਇਆ ਆਂਦਾ ਸੀ ਉਹਦੇ ਤੋਂ ਉਹਨਾਂ ਦੇ ਘਰ ਦਾ ਖਰਚਾ ਚੱਲਦਾ ਸੀ। एक दिन ऐसा होया कि 19 अक्तूबर 2024 ਨੂੰ ਰਾਤ 9 ਵਜੇ शगुफ्ता उस्मान ਇਹਨਾਂ ਦੇ ਘਰ ਨਾਲ ਇੱਕ ਖਤਰਨਾਕ ਮੁਲਜ਼ਮ ਇਹਨਾਂ ਦੀ ਛੱਤ ਤੋਂ ਟੱਪ ਕੇ ਤੇ ਇਹਨਾਂ ਦੇ ਘਰ ਆ ਜਾਂਦਾ, ਆ ਕੇ ਤੇ ਲੁਕ ਜਾਂਦਾ, ਆ ਕੇ ਕਹਿੰਦਾ ਮੈਨੂੰ ਬਚਾਓ ਬਚਾਓ, ਮੇਰੇ ਪਿੱਛੇ ਪੁਲਿਸ ਲੱਗੀ ਹੋਈ ਆ ਤੇ ਮੈਨੂੰ ਬਚਾਓ। ਤੇ ਸ਼ਗੁਫਤਾ ਉਸਮਾਨ ਜਿਹੜੀ ਆ ਤੇ ਇਹਦੀ ਬੇਟੀ ਇਕਰਾ ਇਹ ਕਹਿੰਦੀਆਂ ਠੀਕ ਆ ਤੂੰ ਛੁਪ ਜਾ। ਉਹ ਮੁਲਜ਼ਮ ਜਿਹੜਾ ਇਹਨਾਂ ਦੇ ਘਰ ਆ ਕੇ ਲੁਕ ਗਿਆ ਤੇ ਜਦੋਂ ਇਹ ਇਕਰਾ ਤੇ ਇਹਦੀ ਅੰਮੀ ਬਾਹਰ ਨਿਕਲ ਕੇ ਗਲੀ ਦੇ ਵਿੱਚ ਵੇਖਦੀਆਂ ਤੇ ਬਾਹਰ ਪੁਲਿਸ ਦਾ ਡਾਲਾ ਖੜਾ ਹੁੰਦਾ, ਪੁਲਿਸ ਖੜੀ ਹੁੰਦੀ ਆ ਤੇ शगुफ्ता उस्मान ते इकरा कहदियां ने कि साडे घर वो मुलजम छुपया है जिन्होंने तुसीं पकड़ना चाहते हो ते जाके उन्होंने पकड़ लो। वो पुलिस इंस्पैक्टर हुंदा एहतशाम, ਉਹ ਆਪਣੀ ਨਫਰੀ ਨੂੰ ਲੈ ਕੇ ਜਿਸ ਵੇਲੇ ਉਹਨਾਂ ਦੇ ਘਰ ਜਾਂਦਾ ਤੇ ਜਾ ਕੇ ਛਾਪਾ ਮਾਰਦਾ ਤੇ ਉਸ ਮੁਲਜ਼ਮ ਨੂੰ ਪੁਲਿਸ ਜਿਹੜੀ ਆ ਗ੍ਰਿਫਤਾਰ ਕਰ ਲੈਂਦੀ ਆ। ਜਿਸ ਵੇਲੇ ਉਸ ਸਬ ਇੰਸਪੈਕਟਰ एहतशाम ਦੀ ਨਜ਼ਰ ਇਕਰਾ ਉੱਤੇ ਪੈਂਦੀ ਆ ਤੇ ਉਹ ਇਕਰਾ ਨੂੰ ਦਿਲ ਦੇ ਬੈਠਦਾ। ਇਕਰਾ ਨੂੰ ਵੇਖ ਕੇ ਉਹਦੇ ਦਿਲ ਦੇ ਵਿੱਚ ਇੱਕ ਮੁਹੱਬਤ ਜਿਹੀ ਪੈਦਾ ਹੋ ਜਾਂਦੀ ਆ, ਉਹਨੂੰ ਦਿਲ ਦੇ ਬੈਠਦਾ ਤੇ ਉਹ ਪੁਲਿਸ ਜਿਸ ਵੇਲੇ ਜਾਣ ਲੱਗਦੀ ਹੈ ਇਕਰਾ ਨੂੰ ਕਹਿੰਦੀ ਹੈ ਕਿ ਤੂੰ ਆਪਣਾ ਨੰਬਰ ਸਾਨੂੰ ਦੇ ਦੇ। ਉਹ ਇਕਰਾ ਕਹਿੰਦੀ ਹੈ ਕਿ ਕਿਉਂ ਮੈਂ ਤੁਹਾਨੂੰ ਆਪਣਾ ਨੰਬਰ ਦਵਾਂ। ਉਹ ਪੁਲਿਸ ਵਾਲਾ एहतशाम इंस्पैक्टर कहता कि इस वास्ते कि एक असी खतरनाक मुलजम तुहाडे घरों फड़िया, किते गवाही की जरूरत पैंदी है, इस वास्ते सानू नंबर तुहाडा जरूरी चाहिए क्योंकि ये मुलजम जिहड़ा तुहाडे घरों गिरफ्तार किया। ते फिर इकरा उस एहतशाम जिहड़ा सब इंस्पैक्टर हुंदा उहनूं नंबर दे दिंदी है। एहतशाम नंबर लैके चले जांदा ते फिर 3 महीने तक कोई राबता नहीं हुंदा ते फिर 22 दसंबर नूं एहतशाम सब इंस्पैक्टर जिहड़ा वो इकरा नूं कॉल करदा, कहंदा कि तुसीं किन्ने भैण भाई हो, तुहाडा वालद की करदा, किन्नी तेरी तलीम आ, उहदा मुकम्मल बायोडाटा लैंदा, उहदी मुकम्मल तफसीलात उहदे कोलों लैंदा। इकरा ने दस्सिया कि मेरा वालद फौत हो चुकिया, मैं अपने मां प्यो दी कल्ली बेटी हाँ ते साडा घर दा खर्चा जिहड़ा दुकान है एक किराए ते दित्ती हुई ਉਹਦੇ ਤੋਂ ਚੱਲ ਰਿਹਾ ਤੇ ਮੈਂ ਨੌਕਰੀ ਦੀ ਤਲਾਸ਼ ਦੇ ਵਿੱਚ ਆ, ਮੈਨੂੰ ਨੌਕਰੀ ਨਹੀਂ ਮਿਲ ਰਹੀ ਤੇ ਮੈਂ ਕਾਫੀ ਜਗ੍ਹਾ ਤੇ ਅਪਲਾਈ ਕੀਤਾ। ਹੁਣ ਅੱਗੋਂ एहतशाम ਜਿਹੜਾ ਸੀ ਸਬ ਇੰਸਪੈਕਟਰ ਉਹ ਕਹਿੰਦਾ ਕਿ ਤੂੰ ਪਰੇਸ਼ਾਨ ਨਾ ਹੋ ਤੇ ਕਿਸੇ ਕਿਸਮ ਦੀ ਟੈਨਸ਼ਨ ਨਾ ਲੈ, ਮੈਂ ਤੇਰੇ ਨਾਲ ਆ ਤੇ ਮੈਂ ਤੇਰੀ ਨੌਕਰੀ ਦੀ ਤਲਾਸ਼ ਦੇ ਵਿੱਚ ਤੇਰੀ ਮਦਦ ਕਰਾਂਗਾ। ਇਸ ਤਰ੍ਹਾਂ ਸਬ ਇੰਸਪੈਕਟਰ एहतशाम ਨੇ ਉਹਦੇ ਨਾਲ ਰਾਬਤਾ ਰੱਖਿਆ ਔਰ ਇਹ 3 ਮਾਹ ਤੱਕ ਇਸੇ ਤਰ੍ਹਾਂ ਇਹ ਰਾਬਤਾ ਚੱਲਦਾ ਰਿਹਾ। ਇਸੇ ਸਿਲਸਿਲੇ ਦੇ ਵਿੱਚ ਇਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੇ। ਇਕਰਾ ਵੀ ਫਿਰ ਥੋੜੀ ਜਿਹੀ ਲਾਲਚ ਦੇ ਵਿੱਚ ਆ ਗਈ ਹੋਏਗੀ ਨਾ ਕਿ ਹੋ ਸਕਦਾ ਮੈਨੂੰ ਇਹ ਨੌਕਰੀ ਤੇ ਲਵਾ ਦੇ। ਤੇ ਫਿਰ 13 ਮਾਰਚ ਨੂੰ एहतशाम ਜਿਹੜਾ ਦੁਬਾਰਾ ਕਾਲ ਕਰਦਾ ਹੈ ਇਕਰਾ ਨੂੰ ਕਿ ਅੱਜ ਸ਼ਾਮ ਨੂੰ 6 ਵਜੇ ਤੇਰਾ ਇੱਕ ਇੰਟਰਵਿਊ ਆ, ਮੈਂ ਇੱਕ ਬੰਦੇ ਨਾਲ ਗੱਲ ਕੀਤੀ ਹੈ ਤੇਰੀ ਨੌਕਰੀ ਵਾਸਤੇ ਤੇ ਤੂੰ ਸ਼ਾਮ ਨੂੰ 6 ਵਜੇ ਯੂਨੀਵਰਸਿਟੀ ਚੌਕ ਦੇ ਵਿੱਚ ਆ ਜਾਈਂ
ਤੇ ਮੈਂ ਤੈਨੂੰ ਉੱਥੋਂ ਪਿਕ ਕਰ ਲਾਂਗਾ ਤੇ ਉਸ ਬੰਦੇ ਕੋਲ ਤੈਨੂੰ ਲੈ ਜਾਵਾਂਗਾ, ਉੱਥੇ ਇੰਟਰਵਿਊ ਤੇਰਾ ਕਰਾਵਾਂਗਾ ਤੇ ਤੈਨੂੰ ਨੌਕਰੀ ਲੱਭ ਜਾਏਗੀ। ਇਕਰਾ ਜਿਹੜੀ ਆ ਉਹ ਜ਼ਾਹਰਾ ਲਾਲਚ ਦੇ ਵਿੱਚ ਆ ਗਈ ਹੋਏਗੀ। ਇਕਰਾ ਜਿਹੜੀ ਯੂਨੀਵਰਸਿਟੀ ਚੌਕ ਦੇ ਵਿੱਚ ਪਹੁੰਚੀ ਤੇ ਜਿਸ ਵੇਲੇ ਜਾ ਕੇ ਪਹੁੰਚੀ ਤੇ ਉੱਥੇ ਜਿਹੜੀ ਗੱਡੀ ਸੀ ਇਤਸ਼ਾਮ ਲੈ ਕੇ ਖੜਾ ਸੀ। ਇਤਸ਼ਾਮ ਨੇ ਗੱਡੀ ਦੇ ਵਿੱਚ ਬਿਠਾਇਆ, ਉਹਨੂੰ ਇੱਕ ਐਸੀ ਬਿਲਡਿੰਗ ਦੇ ਵਿੱਚ ਲੈ ਕੇ ਚਲਾ ਗਿਆ ਕਿ ਉੱਥੇ ਜਾ ਕੇ ਕਹਿੰਦਾ ਉਹ ਦਫ਼ਤਰ ਇਸ ਬਿਲਡਿੰਗ ਦੇ ਵਿੱਚ ਆ ਤੇ ਆ ਜਾ, ਮੈਨੂੰ ਗੱਡੀ ਪਾਰਕ ਕਰ ਲੈਣ ਦੇ ਤੇ ਮੈਂ ਤੈਨੂੰ ਲੈ ਕੇ ਚੱਲਦਾ ਤੇ ਫਿਰ ਉੱਥੇ ਇੰਟਰਵਿਊ ਤੇਰਾ ਕਰਾਉਂਦੇ ਆ ਤੇ ਤੇਰੀ ਨੌਕਰੀ ਲਗਵਾਉਂਦੇ ਆ। ਤੇ ਇਤਸ਼ਾਮ ਨੇ ਗੱਡੀ ਪਾਰਕ ਕੀਤੀ, ਸਾਈਡ ਤੇ ਲਾਈ ਤੇ ਤੀਸਰੀ ਮੰਜ਼ਲ ਤੇ ਲੈ ਕੇ ਇਕਰਾ ਨੂੰ ਚੜ ਜਾਂਦਾ ਜਾ ਔਰ ਉੱਤੇ ਇੱਕ ਕਮਰੇ ਦੇ ਵਿੱਚ ਲੈ ਕੇ ਚਲੇ ਜਾਂਦਾ ਔਰ ਉਹ ਕਮਰਾ ਜਿਹੜਾ ਫਲੈਟ ਹੁੰਦਾ ਬਿਲਕੁਲ ਸੁਨਸਾਨ ਹੁੰਦਾ, ਕੋਈ ਉਹਦੇ ਵਿੱਚ ਬੰਦਾ ਨਹੀਂ ਹੁੰਦਾ। ਹੁਣ ਉੱਥੇ ਜਾ ਕੇ ਇਕਰਾ ਨੂੰ ਇਹ ਅਸਲੇ ਦੇ ਜ਼ੋਰ ਦੇ ਉੱਤੇ ਕਹਿੰਦਾ ਕਿ ਖਬਰਦਾਰ ਅਗਰ ਕੋਈ ਤੂੰ ਉੱਚੀ ਬੋਲੀ ਜਾਂ ਗੱਲਬਾਤ ਵੀ ਕੀਤੀ, ਜੋ ਵੀ ਹੋਇਆ ਉਹਦੇ ਨਾਲ ਉੱਥੇ ਜੋ ਵੀ ਹੋਇਆ। ਉਸ ਤੋਂ ਬਾਅਦ ਫਿਰ ਇਹਨੇ ਸਬ ਇੰਸਪੈਕਟਰ ਨੇ ਇਕਰਾ ਨੂੰ ਕਿਹਾ ਕਿ ਚੱਲ ਹੁਣ ਮੈਂ ਤੈਨੂੰ ਗੱਡੀ 'ਚ ਬੈਠ ਤੇ ਘਰ ਛੋੜ ਦਿੰਦਾ ਤੇ ਉਹਨੇ ਗੱਡੀ 'ਚ ਉਹਨੂੰ ਬਾਇਆ ਤੇ ਘਰ ਛੋੜ ਦਿੱਤਾ, ਉਹਦੇ ਡ੍ਰੌਪ ਕਰ ਦਿੱਤਾ। ਤੇ ਉਸ ਤੋਂ ਬਾਅਦ ਇਕਰਾ ਜਿਹੜੀ ਆ ਫਿਰ 3 ਮਾਹ ਤੱਕ ਖਾਮੋਸ਼ ਰਹੀ, ਉਹਨੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਦੇ ਦਿਲ 'ਚ ਲਾਲਚ ਆ ਗਿਆ ਹੋਣਾ ਨਾ ਕਿ ਉਹ ਜਿਹੜਾ ਥਾਣੇਦਾਰ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੀ ਨੌਕਰੀ ਦਾ ਬੰਦੋਬਸਤ ਕਰਾਵਾਂਗਾ, ਤੂੰ ਸੋਹਣੀ ਵੀ ਬਹੁਤ ਆ, ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗਾ। ਉਹ ਇਸੇ ਚੱਕਰ ਦੇ ਵਿੱਚ 3 ਮਾਹ ਤੱਕ ਬੋਲੀ ਨਹੀਂ, ਖਾਮੋਸ਼ ਰਹੀ ਕਿ ਹੋ ਸਕਦਾ ਇਹ ਮੇਰੇ ਨਾਲ ਸ਼ਾਦੀ ਵੀ ਕਰਾ ਲੈ। 3 ਮਾਹ ਤੋਂ ਬਾਅਦ ਜਿਸ ਵੇਲੇ ਉਹਨੇ ਕੋਈ ਰਾਬਤਾ ਨਾ ਕੀਤਾ, ਉਸ ਤੋਂ ਬਾਅਦ ਕਿੱਥੇ ਪੁਲਿਸ ਵਾਲੇ ਕਿੱਥੇ ਰਾਬਤਾ ਕਰਦੇ ਨੇ, ਨਾ ਕੋਈ ਗੱਲ ਨਾ ਬਾਤ, ਨਾ ਸ਼ਾਦੀ ਦਾ ਜ਼ਿਕਰ, ਨਾ ਕੁਝ, ਨਾ ਨੌਕਰੀ ਦਾ ਜ਼ਿਕਰ। ਤੇ 3 ਮਾਹ ਤੱਕ ਖਾਮੋਸ਼ ਰਹਿਣ ਤੋਂ ਬਾਅਦ 16 ਜੂਨ ਨੂੰ ਇਕਰਾ ਨੇ ਆਪਣੀ ਅੰਮੀ ਨੂੰ ਦੱਸਿਆ ਕਿ ਇਸ ਤਰ੍ਹਾਂ ਮੇਰੇ ਨਾਲ ਹੋਈ, ਸਾਰੀ ਗੱਲਬਾਤ ਦੱਸੀ। ਤੇ ਇਕਰਾ ਦੀ ਅੰਮੀ ਜਿਹੜੀ ਸੀ ਸ਼ਗੁਫਤਾ ਉਸਮਾਨ, ਉਹਨੇ ਕਿਹਾ ਕਿ ਤੂੰ ਇੰਨੀ ਦੇਰ ਖਾਮੋਸ਼ ਕਿਉਂ ਰਹੀ। ਤੇ ਖੈਰ ਉਹਦੀ ਅੰਮੀ ਨੇ ਇਕਰਾ ਨੂੰ ਨਾਲ ਲਿਆ ਤੇ ਲੈ ਕੇ ਸਿਵਲ ਲਾਈਨ ਥਾਣੇ ਬਹਾਵਲਪੁਰ ਚਲੇ ਗਏ। ਔਰ ਮਜ਼ੇ ਵਾਲੀ ਗੱਲ ਇਹ ਹੈ ਇਤਸ਼ਾਮ ਜਿਹੜਾ ਸੀ ਸਬ ਇੰਸਪੈਕਟਰ, ਉਹ ਵੀ ਇਸੇ ਥਾਣੇ ਦੇ ਵਿੱਚ ਡਿਊਟੀ ਕਰਦਾ ਸੀ। ਤੇ ਹੁਣ ਉੱਥੇ ਜਾ ਕੇ FIR 376 ਦੀ ਜ਼ਿਆਦਤੀ ਦੀ ਦਰਜ ਕਰਾਂਦੀਆਂ ਨੇ ਸ਼ਗੁਫਤਾ ਉਸਮਾਨ ਤੇ ਉਹਦੀ ਬੇਟੀ ਇਕਰਾ। ਤੇ ਹੁਣ ਇਸ ਦੀ ਤਫਤੀਸ਼ ਹੋਏਗੀ ਜ਼ਿਆਦਤੀ ਕੇਸ ਦੀ। ਤੁਸੀਂ ਦੇਖੋ ਇੰਨਾ ਪੁਰਾਣਾ ਵਾਕਿਆ ਤੇ FIR ਫਿਰ 16 ਜੂਨ ਨੂੰ ਦਰਜ ਕਰਾਈ ਤੇ ਫਿਰ ਉਹ ਤਫਤੀਸ਼ ਸ਼ੁਰੂ ਹੋਏਗੀ। ਫਿਰ ਇਸ ਕੇਸ ਦਾ ਕੀ ਬਣੇਗਾ, ਕਦੋਂ ਟੈਸਟ ਵਗੈਰਾ ਹੋਣਗੇ। ਇਸ ਤਰ੍ਹਾਂ ਹਰ ਇੱਕ ਦੀ ਬੱਚੀ ਨੂੰ ਅਲਰਟ ਰਹਿਣਾ ਚਾਹੀਦਾ, ਕਿਸੇ ਤੇ ਵੀ ਯਕੀਨ ਕਰਕੇ ਜਲਦੀ ਉਹਦੇ ਨਾਲ ਨਹੀਂ ਕੱਲਿਆਂ ਜਾਣਾ ਚਾਹੀਦਾ। ਹੁਣ ਦੇਖੋ ਨਾ, ਇਹਨੂੰ ਚਾਹੀਦਾ ਸੀ ਸ਼ਗੁਫਤਾ ਇਜਾਜ਼ ਨੂੰ ਕਿ ਆਪਣੀ ਬੇਟੀ ਇਕਰਾ ਨੂੰ ਮੈਂ ਇਤਸ਼ਾਮ ਸਬ ਇੰਸਪੈਕਟਰ ਨਾਲ ਇੰਟਰਵਿਊ ਵਾਸਤੇ ਭੇਜਣ ਲੱਗੀ ਆ ਤੇ ਉਹਦਾ ਮਾਂ ਦਾ ਹੱਕ ਨਹੀਂ ਸੀ, ਮਾਂ ਨਾਲ ਜਾਂਦੀ। ਇਕੱਲੀ ਇਕਰਾ ਨੂੰ ਕਿਉਂ ਭੇਜਿਆ, ਇਕਰਾ ਕਿਉਂ ਕੱਲੀ ਗਈ। ਤੇ ਇਸੇ ਤਰ੍ਹਾਂ ਅਲਰਟ ਰਹਿਣਾ ਚਾਹੀਦਾ, ਬੱਚੀਆਂ ਨੂੰ ਕੱਲਿਆਂ ਕਿਤੇ ਵੀ ਨਹੀਂ ਭੇਜਣਾ ਚਾਹੀਦਾ ਕਿਉਂਕਿ ਇੱਥੇ ਦਰਿੰਦੇ ਜਿਹੜੇ ਨੇ ਨੱਸੇ ਫਿਰਦੇ ਨੇ ਤੇ ਕਦੀ ਵੀ ਕਿਸੇ ਵਕਤ ਵੀ ਤੁਹਾਡੀ ਬੇਟੀ ਨੂੰ, ਬੱਚੀ ਨੂੰ, ਭੈਣ ਨੂੰ, ਬੀਵੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ। अल्लाह ताला सब ते रहमत फरमाए, अल्लाह ताला सब अपने हिफ्ज़-ओ-मान च रखे। अस्सलामु अलैकुम व रहमतुल्लाहि व बरकातुहू।